हम अवगुण भरे एक गुण नाही, अमृत छाड़ बिख बिख। माया मोह परम पै भूले, सुत दारा स्यों प्रीत। एक उत्तम पंथ सुन्यो गुर संगत, तेह मिलंत जम त्रास। एक अरदास पाठ कीरत की, गुर रामदास राखो। सुकहो टल गुर सेविया, अहनस सहज। दर्शन परसै गुरु कै, जन्म मरण होवै सिफत खसंबंधी। नूर अरसों कुरसों चटिया, तुद डिठे सच्चे पातशाह। मल जन्म जन्म दे, सज्जन सच्चा पातशाह। सिर सांधै जिस पास बैठिया सोहिया, सबना दा वेसाह। सतनाम श्री वाहिगुरु साहिब जी। श्लोक महला तीजा। जगत जलंदा रख लै अपनी कृपा धार। जित दुआरै उबरै तितै लहो उबार। जगत जलंदा रख लै अपनी कृपा धार। जित दुआरै उबरै तितै लहो उबार। सतगुर सुख विखालिया सच्चा शब्द विचार। नानक अवर ना सुझई हार बिन बख्शण हार। महला तीजा। हਉ मैं माया मोहनी दूजा लगा जाए। ना एह मारी ना मरै, ना ए हट विकाए। गुर का शब्द पर जालिया, तां एह विचहों जाए। तन मन होवै उजला, नाम वसै मन आए। नानक माया का मारन शब्द है, गुरमुख पाया जाई। पौड़ी। सतगुर की वड्याई सतगुर दिती, तुरहों हुक्म बुझ नीसान। पुती पाती जावाई सकी, अगहों पिछों टोल डिठा। लाहौन सबना का अभिमान। जिथै को वेखै तिथै मेरा सतगुरु, हर बख्शियोस सब जहान। जे सतगुर नौ मिल मन्ने, सुहलत पलत सिजै। जे वे मुख होवै सो फिरै भ्रष्ट थान। जन नानक कै वल हुआ मेरा स्वामी। हर सज्जन पुरख सुजान,
ਪਉ ਦੀ ਭਿਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹੇ ਆਉਣ ਸਭਨਾ ਕਿਹੋ ਮਨੋ ਗੁਮਾਨ ਜਨ ਨਾਨਕ ਕਾ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪਉ ਦੀ ਭਿਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹੇ ਆਉਣ ਸਭਨਾ ਕਿਹੋ ਮਨੋ ਗੁਮਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਤੋਂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ ਹੋ। ਪਾਤਸ਼ਾਹ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਬਿਲਾਵਲ ਦੀ ਵਾਰ ਚੋਂ ਅੱਜ ਦੇ ਪਾਵਨ ਸ਼ਬਦ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ। ਤੀਸਰੇ ਗੁਰਦੇਵ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪਾਵਨ ਸਲੋਕ ਉਚਾਰਿਆ ਹੈ ਔਰ ਪੌੜੀ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਤੀਸਰੇ ਔਰ ਚੌਥੇ ਪਾਤਸ਼ਾਹ ਨੇ ਕਿਰਪਾ ਦੇ ਘਰ ਵਿੱਚ ਆ ਕੇ ਅੱਜ ਦਾ ਸ੍ਰੀ ਮੁਖ ਵਾਕ ਹੁਕਮਨਾਮਾ ਸਾਨੂੰ ਬਖਸ਼ਿਆ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਤਿਗੁਰਾਂ ਦੇ ਸ਼ਬਦ ਦਾ ਆਸਰਾ ਲੈਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰੂ। ਰਾਗ ਬਿਲਾਵਲ ਹੈ ਔਰ ਬਿਲਾਵਲ ਦੀ ਵਾਰ ਹੈ। ਬਿਲਾਵਲ ਦੀ ਵਾਰ ਚੋਂ ਇਹ ਪਾਵਨ ਸ਼ਲੋਕ ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ। ਵਿਸ਼ਵ ਭਰ ਦੀ ਅਰਦਾਸ ਹੈ, ਪੂਰੇ ਸੰਸਾਰ ਦੀ ਅਰਦਾਸ ਹੈ। ਕਿਤਨੀ ਵਿਆਪਕ ਅਰਦਾਸ ਹੈ ਕਿ ਵਿਸ਼ਵ ਦਾ ਕੋਈ ਥਾਂ ਕੋਈ ਜਗ੍ਹਾ ਪਿੱਛੇ ਬਾਕੀ ਨਹੀਂ ਰਹਿ ਜਾਂਦੀ ਜਿਸ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਇਹ ਅਰਦਾਸ ਨਾ ਕੀਤੀ ਹੋਵੇ। ਇਹ ਵਿਆਪਕ ਅਰਦਾਸ ਹੈ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦਿਆਂ ਕਹਿ ਰਹੇ, ਹੇ ਨਿਰੰਕਾਰ, ਹੇ ਅਕਾਲ ਪੁਰਖ, ਇਹ ਜਗਤ ਸੜ ਰਿਹਾ, ਜਲ ਰਿਹਾ। ਜਿੱਧਰ ਵੇਖੀਏ ਕਿਤੇ ਦਵੈਸ਼ ਦੀ ਅੱਗ 'ਚ ਸੜ ਰਹੇ ਨੇ, ਵਿਕਾਰਾਂ ਦੀ ਅੱਗ 'ਚ ਸੜ ਰਹੇ ਨੇ। ਅੱਗ ਵੀ ਇੱਕ ਤਰ੍ਹਾਂ ਦੀ ਨਹੀਂ, ਹੰਸ ਹੇਤ ਲੋਭ ਕੋਪ
ਇਹ ਕਿਤਨੇ ਪ੍ਰਕਾਰ ਦੀ ਅਗਨੀ। ਅੱਗ ਦੇ ਇਸ ਸਮੁੰਦਰ ਵਿੱਚ, ਅੱਗ ਦੇ ਇਸ ਸਾਗਰ ਦੇ ਵਿੱਚ ਜਗਤ ਸੜ ਰਿਹਾ। हे ਪ੍ਰਭੂ, हे ਅਕਾਲ ਪੁਰਖ, ਆਪਣੀ ਕਿਰਪਾ ਕਰੋ, ਕਿਰਪਾ ਧਾਰੋ, ਸੜਦੇ ਤੇ ਬਲਦੇ ਹੋਏ ਇਸ ਜਗਤ ਨੂੰ ਰੱਖ ਲਓ, ਆਪਣੀ ਸ਼ਰਨ ਚ ਰੱਖ ਲਓ। ਇਹ ਸਰਬੱਤ ਦੇ ਭਲੇ ਦੀ ਅਰਦਾਸ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਸਰਬੱਤ ਦੇ ਭਲੇ ਦੀ ਅਰਦਾਸ ਸਿਖਾਉਂਦਾ। ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲੇ, ਸਿਰ ਕੱਟ ਕੇ ਲਿਜਾ ਕੇ ਉਹਨਾਂ ਦਾ ਮੁੱਲ ਲੈਣ ਵਾਲੇ ਵੀ ਸਨ। ਚਰਖੜੀਆਂ ਤੇ ਚਾੜਿਆ ਜਾ ਰਿਹਾ ਹੈ, ਬੰਦ ਕੱਟਿਆ ਜਾ ਰਿਹਾ ਹੈ। ਫਿਰ ਵੀ ਉਸ ਵਕਤ ਅਰਦਾਸ ਇਹੀ ਕਰਦੇ ਨੇ ਕਿ हे ਪ੍ਰਭੂ, हे ਅਕਾਲ ਪੁਰਖ, ਸਰਬੱਤ ਦਾ ਭਲਾ ਕਰੇ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਇਸ ਸਾਰੇ ਜਗਤ ਦੀ ਅਰਦਾਸ ਕਰਦੇ ਨੇ। ਪਹਿਲਾਂ ਵੇਖਿਆ ਕਿ ਜਗਤ ਸੜ ਰਿਹਾ, ਜਲ ਰਿਹਾ। ਸੋਚਿਆ ਸੀ ਕਿ ਸ਼ਾਇਦ ਇਹ ਦੁੱਖ ਕੱਲਾ ਮੈਨੂੰ ਹੋਵੇਗਾ, ਇਸ ਦੁੱਖ ਦੀ ਅਗਨੀ ਵਿੱਚ ਮੈਂ ਹੀ ਸੜ ਰਿਹਾ ਹੋਵਾਂਗਾ। ਪਰ ਜਦੋਂ ਉੱਚੇ ਚੜ੍ਹ ਕੇ ਵੇਖਿਆ, ਆਪਣੇ ਦੁੱਖ ਤੋਂ ਪਰੇ ਉੱਤੇ ਹੋ ਕੇ ਵੇਖਿਆ, ਤਾਂ ਘਰ ਘਰ ਵਿੱਚ ਅੱਗ ਬਲ ਰਹੀ। ਤੋ ਇਸ ਬਲਦੇ ਸੜਦੇ ਜਗਤ ਨੂੰ हे ਪ੍ਰਭੂ ਜੀ ਤੁਸੀਂ ਰੱਖ ਲਓ ਆਪਣੀ ਕਿਰਪਾ ਧਾਰ ਕੇ। ਇਹ ਵਿਆਪਕ ਅਰਦਾਸ ਹੈ, ਸਾਰੇ ਜਗਤ ਦੀ ਅਰਦਾਸ ਹੈ। ਇੱਕ ਅਰਦਾਸ ਵਿਅਕਤੀਗਤ ਅਰਦਾਸ ਹੁੰਦੀ ਹੈ, ਜਿਹੜੀ ਆਪਣੇ ਨਿੱਜ ਲਈ ਹੁੰਦੀ ਹੈ। ਗੁਰੂ ਘਰਾਂ ਵਿੱਚ ਅਸੀਂ ਸਮੂਹਕ ਅਰਦਾਸ ਵੀ ਕਰਦੇ ਹਾਂ, ਵਿਅਕਤੀਗਤ ਅਰਦਾਸਾਂ ਵੀ ਹੁੰਦੀਆਂ ਨੇ, ਜਿਹਦੇ ਚ ਵਿਸ਼ੇਸ਼ ਕਰਕੇ ਕਿਸੇ ਦਾ ਨਾਂ ਲੈ ਕੇ ਅਰਦਾਸ ਕੀਤੀ ਜਾਵੇ, ਉਹ ਵਿਅਕਤੀਗਤ ਅਰਦਾਸ। ਸਾਰੀ ਸੰਗਤ ਉਹਦੇ ਲਈ ਅਰਦਾਸ ਕਰਦੀ। ਉਹ ਇੱਥੇ ਇਸ ਪੰਕਤੀ ਵਿੱਚ ਮਹਾਂਪੁਰਸ਼ਾਂ ਨੇ ਵਿਅਕਤੀਗਤ ਅਰਦਾਸ ਵੀ ਕਹੀ ਹੈ, ਆਪਣੇ ਵਾਸਤੇ ਵੀ ਅਰਦਾਸ ਕਰਨ ਦਾ ਤਰੀਕਾ ਦੱਸਿਆ ਹੈ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ, ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰੋ, हे ਅਕਾਲ ਪੁਰਖ ਜੀ, ਮੈਂ ਇਸ ਜਗਤ ਵਿੱਚ ਸੜਦਾ ਜਾ ਰਿਹਾ, ਭੁੱਜਦਾ ਜਾ ਰਿਹਾ ਵਿਸ਼ਿਆਂ ਵਿਕਾਰਾਂ ਦੀ ਅੱਗ ਵਿੱਚ। ਮੈਨੂੰ ਬਲਦੇ ਸੜਦੇ ਨੂੰ ਤੁਸੀਂ ਆਪ ਆਪਣੀ ਕਿਰਪਾ ਧਾਰ ਕੇ ਰੱਖ ਲਓ। ਮੈਂ ਨਿਗਰਦਾ ਜਾ ਰਿਹਾ ਇਸ ਸੰਸਾਰ ਦੀ ਅਗਨੀ ਵਿੱਚ, ਇਹਦੇ ਚੋਂ ਨਿਕਲਣਾ ਮੇਰੇ ਲਈ ਔਖਾ ਹੋ ਰਿਹਾ ਹੈ। हे ਪ੍ਰਭੂ, ਤੁਸੀਂ ਆਪ ਕਿਰਪਾ ਧਾਰੋ, ਦਇਆ ਧਾਰੋ, ਮੈਨੂੰ ਇਸ ਬਲਦੇ ਸੜਦੇ ਜਗਤ ਵਿੱਚੋਂ ਰੱਖ ਲਓ, ਜਿਵੇਂ ਪ੍ਰਹਿਲਾਦ ਨੂੰ ਅੱਗ ਤੋਂ ਰੱਖਿਆ ਸੀ। ਸਾੜਨਾ ਚਾਹੁੰਦੀ ਸੀ ਹੋਲਕਾਂ ਕਿ ਇਸ ਨੂੰ ਅਗਨੀ ਵਿੱਚ ਜਲਾ ਦਿਆਂਗੀ, ਆਪ ਸੜ ਗਈ, ਪਰ ਵਾਹਿਗੁਰੂ ਨੇ, ਪਰਮੇਸ਼ਰ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕਰ ਲਈ। ਬਲਦੇ ਭੱਠ ਵਿੱਚ ਪਏ ਜਿਵੇਂ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਰੱਖਿਆ। हे ਪ੍ਰਭੂ, ਮੇਰੇ ਤੇ ਵੀ ਤਰਸ ਕਰੋ, ਕਿਰਪਾ ਕਰੋ, ਸੰਸਾਰ ਦੇ ਨਾ ਵਿਸ਼ੇ ਵਿਕਾਰਾਂ ਦੀ ਅਗਨੀ ਵਿੱਚ ਸੜਦੇ ਹੋਏ ਨੂੰ ਰੱਖ ਲਓ, ਆਪਣੀ ਕਿਰਪਾ ਧਾਰ ਕੇ ਰੱਖ ਲਓ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ। ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ। ਮਹਾਰਾਜ ਕਿਰਪਾ ਧਾਰੋ, ਦਇਆ ਧਾਰੋ, ਸਾਨੂੰ ਇਸ ਬਲਦੇ ਸੜਦੇ ਜਗਤ ਵਿੱਚੋਂ ਰੱਖ ਲਓ। ਜਿਤ ਦੁਆਰਾ ਉਬਰੈ,
ਤਿਤਾ ਲਹੋ ਉਬਾਰ। ਜਦੋਂ ਅੱਗ ਮਚੀ ਹੋਵੇ ਨਾ, ਉਦੋਂ ਫਿਰ ਇਹ ਨਹੀਂ ਬੰਦਾ ਵੇਖਦਾ ਵੀ ਇਹਦਾ ਜਿਹੜਾ ਮੇਨ ਦਰਵਾਜ਼ਾ ਉਹਦੇ ਚੋਂ ਨਿਕਲਣਾ, ਉਦੋਂ ਤਾਂ ਫਿਰ ਇਹ ਵੇਖਦਾ ਵੀ ਜਿਸ ਪਾਸਿਓਂ ਰਸਤੇ ਚੋਂ ਜਿੱਧਰੋਂ ਨਿਕਲ ਸਕੇ ਤੇ ਨਿਕਲ ਜਾਂਦਾ ਨਾ। हे ਪ੍ਰਭੂ, ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕਿਹੜੇ ਦਰਵਾਜ਼ਿਓਂ ਨਿਕਲਣਾ, ਮੈਂ ਜਿਸ ਦੁਆਰੇ ਤੋਂ ਵੀ ਨਿਕਲ ਕੇ ਬਚ ਸਕਦਾ ਮੈਨੂੰ ਉਸੇ ਦੁਆਰ ਤੋਂ ਉਭਾਰ ਕੇ ਤੁਸੀਂ ਰੱਖ ਲਓ। ਤੁਸੀਂ ਤਰਸ ਕਰੋ ਮਹਾਰਾਜ, ਮੈਨੂੰ ਤਾਂ ਇਹ ਵੀ ਸਮਝ ਨਹੀਂ ਹੁਣ ਬਲਦੀ ਇਸ ਅੱਗ ਵਿੱਚ ਮੈਂ ਕਿਹੜੇ ਦਰਵਾਜ਼ੇ ਚੋਂ ਬਾਹਰ ਜਾਵਾਂ। ਤੁਸੀਂ ਤਰਸ ਕਰੋ ਮਹਾਰਾਜ, ਜਿਸ ਵੀ ਰਸਤੇ ਦੁਆਰਾ ਮੈਂ ਉੱਭਰਦਾ ਹਾਂ ਬਚਦਾ ਹਾਂ, ਮਹਾਰਾਜ ਉਸੇ ਰਸਤੇ ਦੁਆਰਾ ਮੈਨੂੰ ਉਭਾਰ ਲਵੋ, ਰੱਖ ਲਵੋ। ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ। ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਸੁਖ ਵਿਖਾਲਿਆ, ਸੁਖ, ਔਰ ਉਹ ਸੁਖ ਹੈ ਸੱਚੇ ਸ਼ਬਦ ਦੀ ਵਿਚਾਰ। ਇਹ ਹੈ ਦਰਵਾਜ਼ਾ ਜਿਸ ਦਰਵਾਜ਼ੇ ਰਾਹੀਂ ਬਾਹਰ ਨਿਕਲਿਆ ਜਾਂਦਾ ਇਸ ਬਲਦੇ ਸੜਦੇ ਜਗਤ ਤੋਂ। ਸ਼ਬਦ ਵਿਚਾਰ, ਗੁਰਬਾਣੀ ਦੀ ਵਿਚਾਰ, ਬ੍ਰਹਮ ਦੀ ਵਿਚਾਰ, ਨਿਰੰਕਾਰ ਦੀ ਵਿਚਾਰ। ਇਹ ਸੁਖ ਮੇਰੇ ਸਤਿਗੁਰਾਂ ਨੇ ਮੈਨੂੰ ਵਿਖਾਲਿਆ ਸੱਚਾ ਸ਼ਬਦ ਵਿਚਾਰ ਦੇ ਕੇ। ਇਹ ਸੱਚੀ ਸ਼ਬਦ ਵਿਚਾਰ ਹੈ ਜਿਸ ਵਿਚਾਰ ਦੁਆਰਾ ਇਸ ਬਲਦੇ ਸੜਦੇ ਜਗਤ ਤੋਂ ਬਚਿਆ ਜਾਂਦਾ ਹੈ। ਨਾਨਕ ਅਵਰ ਨਾ ਸੁਝਈ ਹਰ ਬਿਨ ਬਖਸ਼ਣ ਹਾਰ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਸ ਨਿਰੰਕਾਰ ਪਰਮੇਸ਼ਰ ਤੋਂ ਬਿਨਾਂ ਮੈਨੂੰ ਕੋਈ ਹੋਰ ਨਹੀਂ ਸੁਝਦਾ, ਕਿ ਉਸ ਹਰੀ ਤੋਂ ਬਿਨਾਂ ਮੈਨੂੰ ਕੋਈ ਦੂਜਾ ਬਖਸ਼ਣਹਾਰ ਨਹੀਂ ਸੁਝਦਾ ਕਿ ਕੋਈ ਹੋਰ ਬਖਸ਼ੇਗਾ। ਇੱਕ ਹਰੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਹੀ ਹੈ ਜਿਹੜਾ ਮੈਨੂੰ ਬਖਸ਼ ਸਕਦਾ, ਜਿੰਨੇ ਮੇਰੇ ਗੁਨਾਹ ਨੇ, ਜਿੰਨੀਆਂ ਮੇਰੇ ਚ ਖਾਮੀਆਂ ਨੇ, ਜਿੰਨੇ ਮੇਰੇ ਚ ਔਗਣ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਬਖਸ਼ਣਹਾਰ ਬਖਸ਼ੰਦ ਨਹੀਂ। ਮਹੱਲਾ ਤੀਜਾ। ਹਉ ਮੈਂ ਮਾਇਆ ਮੋਹਣੀ ਦੂਜਾ ਲੱਗਾ ਜਾਏ। ਅੰਗਤਾ ਤੇ ਮਮਤਾ, ਇਹ ਜਿਹੜੀਆਂ ਦੋ ਬਿਰਤੀਆਂ ਨੇ ਇਹ ਬੜੀਆਂ ਮੋਹਣੀਆਂ ਨੇ। ਅੰਗਤਾ ਤੇ ਮਮਤਾ, ਮਾਇਆ ਦੀ ਮਮਤਾ ਤੇ ਉਹਦਾ ਹੰਕਾਰ, ਇਹ ਮੋਹਣੀ ਹੈ। ਜਿਹੜੇ ਦੂਜੇ ਭਾਵ ਵਿੱਚ ਲੱਗੇ ਨੇ ਉਹ ਇਸੇ ਕਰਕੇ ਲੱਗੇ ਹੋਏ ਨੇ ਕਿਉਂਕਿ ਮਾਇਆ ਨੇ ਉਹਨਾਂ ਨੂੰ ਮੋਹਿਆ ਹੋਇਆ, ਔਰ ਮਾਇਆ ਦੇ ਨਾਲ ਮੋਹੇ ਹੋਏ ਜਿਹੜੇ ਜੀਵ ਨੇ ਉਹ ਦੂਜੇ ਭਾਵ ਵਿੱਚ ਦੁਬਦਾ ਵਿੱਚ ਲੱਗੇ ਹੋਏ ਹਨ। ਨਾ ਇਹ ਮਾਰੀ ਨਾ ਮਰੈ, ਨਾ ਇਹ ਹਟ ਵਿਕਾਏ। ਇਹ ਜਿਹੜੀ ਮਾਇਆ ਨਾ, ਜਾਂ ਇਹਨੂੰ ਹਉਮੈ ਕਹਿ ਲਈਏ, ਮਾਇਆ ਦੀ ਮਮਤਾ ਕਹਿ ਲਈਏ, ਇਹਨੂੰ ਜੇ ਆਪ ਮਾਰਨਾ ਚਾਹੀਏ ਤੇ ਮਰਦੀ ਨਹੀਂ। ਨਾ ਆਪਣੇ ਆਪ ਮਰਦੀ ਆ, ਨਾ ਮਾਰਿਆ ਮਰਦੀ ਹੈ। ਨਾ ਇਹ ਕਿਸੇ ਦੁਕਾਨ ਤੇ ਵਿਕਦੀ ਆ ਵੀ ਵੇਚ ਕੇ ਇਹਦੇ ਤੋਂ ਖਹਿੜਾ ਛੁਡਾ ਲਈਏ, ਕਿਸੇ ਹੱਟ ਤੇ ਨਹੀਂ ਵਿਕਦੀ। ਹਾਂਜੀ, ਗੁਰ ਕਾ ਸ਼ਬਦ ਪਰ ਜਾਲੀਆ ਤਾਂ ਇਹ ਵਿੱਚ ਹੋ ਜਾਈ। ਮਾਇਆ ਦੀ ਇਸ ਮਮਤਾ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਕਾ ਸ਼ਬਦ। ਸਤਿਗੁਰਾਂ ਦੇ ਸ਼ਬਦ ਦੁਆਰਾ ਇਹਨੂੰ ਹਿਰਦੇ ਚੋਂ ਵਿਸ਼ੇਸ਼ ਕਰਕੇ ਸਾੜਿਆ ਜਾਂਦਾ ਹੈ, ਤਾਂ ਇਹ ਹਿਰਦੇ ਚੋਂ ਜਾਂਦੀ ਹੈ। ਹੋਰ ਕੋਈ ਤਰੀਕਾ ਨਹੀਂ ਇਹਦਾ ਹਿਰਦੇ ਚੋਂ ਜਾਣ ਦਾ। ਗੁਰ ਕੈ ਸ਼ਬਦ ਪਰ ਜਾਲੀਐ, ਗੁਰੂ ਦੇ ਸ਼ਬਦ ਦੁਆਰਾ ਇਹਨੂੰ ਵਿਸ਼ੇਸ਼ ਕਰਕੇ ਹਿਰਦੇ ਚੋਂ ਸਾੜਿਆ ਜਾਂਦਾ ਹੈ, ਤਾਂ ਇਹ ਵਿੱਚੋਂ ਹੋ ਜਾਏ, ਤਾਂ ਇਹ ਹਿਰਦੇ ਵਿੱਚੋਂ ਜਾਂਦੀ ਹੈ, ਦੂਰ ਹੁੰਦੀ ਹੈ। ਤਨ ਮਨ ਹੋਵਾ ਉਜਲਾ, ਨਾਮ ਵਸੈ ਮਨ ਆਏ। ਜਿਨ੍ਹਾਂ ਦੇ ਹਿਰਦੇ ਚੋਂ ਮਾਇਆ ਦੀ ਮਮਤਾ ਚਲੀ ਜਾਂਦੀ ਹੈ ਉਹਨਾਂ ਦਾ ਤਨ ਤੇ ਮਨ ਦੋਵੇਂ ਉਜਵਲ ਹੋ ਜਾਂਦੇ ਹਨ। ਤੇ ਜਦੋਂ ਤਨ ਮਨ ਉਜਵਲ ਹੋ ਜਾਏ ਫਿਰ ਹਿਰਦੇ ਵਿੱਚ ਨਿਰੰਕਾਰ ਪਰਮੇਸ਼ਰ ਦੇ ਨਾਮ ਦੀ ਕਣੀ ਵਸਦੀ ਹੈ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਮਾਇਆ ਦਾ ਮਾਰਨ
ਯਾਨੀ ਕਿ ਇਹਨੂੰ ਸਿੱਧ ਕਰਨ ਲਈ ਇਹਦਾ ਜਿਹੜਾ ਮਸਾਲਾ ਹੈ ਜਿਹਦੇ ਨਾਲ ਇਹਨੂੰ ਮੰਨਿਆ ਜਾ ਸਕਦਾ ਹੈ ਉਹ ਕੇਵਲ ਗੁਰੂ ਕਾ ਸ਼ਬਦ ਹੈ, ਔਰ ਉਹ ਸ਼ਬਦ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੁੰਦਾ ਹੈ। ਹਾਂਜੀ। ਪੌੜੀ ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੀ ਤੁਰਹੁ ਹੁਕਮ ਬੁਝ ਨੀਸਾਨ। ਇੱਥੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਦਿੰਦੇ। ਅੱਜ ਕੱਲ ਕਈ ਵੀਰ ਸਵਾਲ ਕਰਦੇ ਨੇ ਨਾ ਵੀ ਜੇ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਲੈਕ ਸਪੁੱਤਰ ਸਨ ਤੇ ਭਲਾ ਗੁਰੂ ਨਾਨਕ ਸਾਹਿਬ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਗੁਰਤਾ ਗੱਦੀ ਕਿਉਂ ਨਹੀਂ ਦਿੱਤੀ? ਇਹ ਸਵਾਲ ਕਰਦੇ। ਹੁਣ ਏਦਾਂ ਤਾਂ ਕੋਈ ਸਵਾਲ ਇਹ ਵੀ ਕਰ ਸਕਦਾ ਵੀ ਧੰਨ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਨ ਗੁਰਸਿੱਖ ਨੇ, ਉਹਨਾਂ 'ਚ ਕੀ ਕਮੀ ਸੀ ਵੀ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਗੁਰਿਆਈ ਨਹੀਂ ਦਿੱਤੀ? ਫਿਰ ਗੁਰੂ ਅੰਗਦ ਸਾਹਿਬ ਨੇ ਨਹੀਂ ਦਿੱਤੀ, ਗੁਰੂ ਅਮਰਦਾਸ ਸਾਹਿਬ ਨੇ ਨਹੀਂ ਦਿੱਤੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਤਾਈਂ ਛੇਵੇਂ ਪਾਤਸ਼ਾਹ ਤੱਕ ਰਹੇ, ਕਿਉਂ ਨਾ ਦਿੱਤੀ ਭਾਈ ਗੁਰਿਆਈ ਉਹਨਾਂ ਨੂੰ? ਇਹ ਬੇਮਮੂਲੇ ਜੇ ਸਵਾਲ ਜਿਹੜੇ ਨੇ ਨਾ ਲੋਕਾਂ ਨੇ ਉਦਾਂ ਹੀ ਪੈਦਾ ਕੀਤੇ ਹੋਏ। ਮਹਾਂਪੁਰਸ਼ਾਂ ਦੀ ਨਿੰਦਾ ਕਰਨ ਦੇ ਉੱਤੇ ਲੋਕਾਂ ਨੇ ਲੱਕ ਬੱਧਾ। ਜਿਹੜੇ ਗੁਰੂ ਨਾਨਕ ਦੇ ਦਰ ਘਰ ਦੇ ਕੂਕਰਾਂ ਦੀ ਬਰਾਬਰੀ ਵੀ ਨਹੀਂ ਕਰਦੇ, ਉਹ ਗੁਰੂ ਨਾਨਕ ਦੇ ਪੁੱਤਰਾਂ ਦੀ ਨਿੰਦਾ ਕਰਦੇ। ਆਪ ਨਾ ਦੇਹ ਚੁਰੂ ਪਰ ਪਾਨੀ, ਤਿਹ ਨਿੰਦਾ ਜਿਹੇ ਗੰਗਾ ਆਨੀ ਵਾਲੀ ਖੇਡ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆ ਵੀ ਜਿਹਨੂੰ ਵਡਿਆਈ ਮਿਲਣੀ ਸੀ ਨਾ, ਉਹਨੂੰ ਮਿਲਣੀ ਸੀ ਜਿਹਦੇ ਧੁਰ ਦਰਗਾਹ ਚੋਂ ਨਿਸ਼ਾਨ ਪਿਆ ਹੋਇਆ, ਲੇਖ ਪਿਆ ਹੋਇਆ। ਉੱਥੋਂ ਹੀ ਫੈਸਲਾ ਅਕਾਲ ਪੁਰਖ ਦੀ ਦਰਗਾਹ ਚੋਂ ਹੋਇਆ ਵੀ ਇਹ ਗੁਰਤਾ ਇਹਨਾਂ ਨੂੰ ਮਿਲਣੀ ਹੈ। ਉੱਥੋਂ ਹੀ ਗੁਰੂ ਬਣ ਕੇ ਆਏ ਨੇ। ਉਹ ਸੰਸਾਰ ਦੇ ਵਿੱਚ ਤਾਂ ਉਹ ਲੀਲਾ ਹੀ ਹੈ ਕਿ ਉਹ ਜਾ ਕੇ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਏ। ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦੀ ਸੇਵਾ 'ਚ, ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਉਹਨਾਂ ਦੇ ਗੁਰੂ ਹੋਣ ਦਾ ਫੈਸਲਾ ਤਾਂ ਧੁਰ ਦਰਗਾਹ 'ਚੋਂ ਹੀ ਹੋ ਚੁੱਕਾ ਸੀ। ਇੱਥੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ। ਜਿਹੜੀ ਸਤਿਗੁਰੂ ਹੋਣ ਦੀ ਵਡਿਆਈ ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਸੀ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਗੁਰੂ ਹੋਣ ਦੀ ਵਡਿਆਈ ਉਹਨਾਂ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੂੰ ਦਿੱਤੀ। ਕਿਵੇਂ ਦਿੱਤੀ? ਧੁਰਹੁ ਹੁਕਮ ਬੁਝ ਨਿਸ਼ਾਨ। ਉਹਨਾਂ ਨੇ ਧੁਰ ਦਰਗਾਹ ਤੋਂ ਨਿਸ਼ਾਨ ਬੁੱਝ ਲਿਆ, ਪ੍ਰਮਾਤਮਾ ਦਾ ਪਰਵਾਨਾ ਬੁੱਝ ਲਿਆ, ਅਕਾਲ ਪੁਰਖ ਦਾ ਹੁਕਮ ਬੁੱਝ ਲਿਆ ਕਿ ਗੁਰੂ ਅਮਰਦਾਸ ਸਾਹਿਬ ਨੂੰ ਬਣਾਉਣਾ। ਇਹ ਧੁਰ ਦਰਗਾਹ ਤੋਂ ਹੀ ਗੁਰੂ ਹੋ ਕੇ ਆਏ ਨੇ। ਉਹ ਤਾਂ ਸਾਡੇ ਲਈ ਪੂਰਨੇ ਪਾਉਂਦੇ ਰਹੇ 12 ਸਾਲ ਸੇਵਾ ਕਰਕੇ ਕਿ ਸੇਵਾ ਦਾ ਪ੍ਰਕਾਰ ਦੱਸਣ ਲਈ ਸਿੱਖੋ ਏਦਾਂ ਸੇਵਾ ਕਰੀਦੀ ਹੈ। ਗੁਰੂ ਪਾਤਸ਼ਾਹ ਨੂੰ ਨਾ ਉੱਠ ਕੇ ਅੰਮ੍ਰਿਤ ਵੇਲੇ ਨਿਤਨੇਮ ਦੀ ਜ਼ਰੂਰਤ ਹੈ, ਨਾ ਉਹਨਾਂ ਨੂੰ ਧਿਆਨ ਸਾਧਨਾ ਵਿੱਚ ਬੈਠਣ ਦੀ ਜ਼ਰੂਰਤ ਹੈ। ਉਹ ਸਾਡੇ ਲਈ ਕਰਦੇ ਆ ਵੀ ਸੇਵਕ ਸਿੱਖ ਕਰਨ, ਪੂਰਨੇ ਪਾਉਂਦੇ। ਤੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਿਹੜੀ ਵਡਿਆਈ ਪ੍ਰਾਪਤ ਹੋਈ ਹੈ ਗੁਰੂ ਹੋਣ ਦੀ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਦਿੱਤੀ ਹੈ। ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਧੁਰ ਦਰਗਾਹ ਤੋਂ ਬੁੱਝ ਕੇ ਤੀ ਪਾਤੀ ਜਵਾਈ ਸਕੀ, ਅਗੋ ਪਿਛੋ ਟੋਲ ਡਿਠਾ, ਲਾਹਿਓਣ ਸਭਨਾ ਕਾ ਅਭਿਮਾਨ। ਏਦਾਂ ਹੀ ਨਹੀਂ ਗੁਰੂ ਅਮਰਦਾਸ ਸਾਹਿਬ ਨੂੰ ਗੁਰਿਆਈ ਦੇ ਦਿੱਤੀ, ਪਹਿਲਾਂ ਗੁਰੂ ਅੰਗਦ ਸਾਹਿਬ ਨੇ ਟੋਲ ਕੀਤੀ। ਪੁੱਤਰਾਂ, ਭਤੀਜਿਆਂ, ਜਵਾਈਆਂ, ਜਿੰਨੇ ਸੱਕੇ ਸਾਕ ਸੰਬੰਧੀ ਪਿਛਲੇ ਅਗਲੇ ਸੀ, ਨਾਨਕੇ ਦਾਦਕੇ ਪਰਿਵਾਰਾਂ ਚੋਂ ਸਾਰਿਆਂ ਨੂੰ ਪਹਿਲਾਂ ਟੋਲ ਕੇ ਵੇਖਿਆ ਵੀ ਸਭ ਦੇ ਮਨ 'ਚ ਅਭਿਮਾਨ ਸੀ, ਅਸੀਂ ਗੁਰੂ ਦੇ ਪੁੱਤਰ ਹਾਂ, ਗੁਰੂ ਦੇ ਰਿਸ਼ਤੇਦਾਰ ਹਾਂ। ਪਰ ਨਿਮਰਤਾ ਦੇ ਰੰਗ ਵਿੱਚ ਰੰਗੇ ਗੁਰੂ ਅਮਰਦਾਸ ਸਾਹਿਬ ਨੂੰ ਵੇਖਿਆ ਤਾਂ ਕਹਿੰਦੇ ਬਾਕੀ ਸਾਰਿਆਂ ਦਾ ਅਭਿਮਾਨ ਲਾਹ ਕੇ ਗੁਰਤਾ ਗੱਦੀ ਦੇ ਰੱਥ ਉੱਤੇ ਗੁਰੂ ਅਮਰਦਾਸ ਸਾਹਿਬ ਨੂੰ ਸਜਾਇਆ ਤੇ ਆਖਿਆ ਕੌਣ ਕਹਿੰਦਾ ਤੂੰ ਨਿਥਾਵੇਂ, ਜਿਹੜੇ ਨਿਥਾਵੇਂ ਨੇ ਤੂੰ ਉਹਨਾਂ ਦੀ ਥਾਂ ਹੈ। ਅਨੇਕਾਂ ਵਰ ਦੇ ਕੇ ਨਿਵਾਜਿਆ। ਹਾਂਜੀ,
ਜਿੱਥਾ ਕੋ ਵੇਖੈ ਤਿਥੈ ਮੇਰਾ ਸਤਿਗੁਰੂ, ਹਰ ਬਖਸ਼ਿਓਸ ਸਭ ਜਹਾਨ। ਜਿੱਥੇ ਕੋਈ ਵੇਖੇ ਮੇਰਾ ਸਤਿਗੁਰੂ ਉੱਥੇ ਹੀ ਹਾਜ਼ਰ ਹੈ। ਸਤਿਗੁਰੂ ਜੀ ਇੱਕ ਦੇਸ਼ੀ ਨਹੀਂ ਨੇ ਕਿ ਇੱਕ ਜਗ੍ਹਾ ਤੇ ਇੱਕ ਸਥਾਨ ਤੇ ਰਹਿੰਦੇ, ਸਰਬ ਵਿਆਪਕ ਨੇ। ਜਿੱਥੇ ਕੋਈ ਵੇਖੇ ਮੇਰਾ ਸਤਿਗੁਰੂ ਉੱਥੇ ਹੀ ਹੈ। ਸਾਰੇ ਜਹਾਨ ਨੂੰ ਬਖਸ਼ਣ ਵਾਲੇ ਬਖਸ਼ੰਦ ਹਨ ਮੇਰੇ ਸਤਿਗੁਰੂ ਜੀ। ਸਤਿਗੁਰ ਨੋ ਮਿਲ ਮੰਨੇ, ਸੋ ਹਲਤ ਪਲਤ ਸਿੱਜੈ, ਜਿਵੇਂ ਮੁਖ ਹੋਵੈ ਸੋ ਫਿਰੈ ਭਰਿਸ਼ਟ ਥਾਨ। ਜਿਹੜੇ ਸਤਿਗੁਰਾਂ ਨੂੰ ਮਿਲ ਕੇ ਸਤਿਗੁਰਾਂ ਨੂੰ ਮੰਨਦੇ ਨੇ, ਉਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਸਵਰ ਜਾਂਦੇ ਨੇ। ਤੇ ਜਿਹੜੇ ਬੇਮੁਖ ਹੁੰਦੇ ਆ ਉਹ ਭ੍ਰਸ਼ਟੀਆਂ ਤੇ ਗੰਦੀਆਂ ਥਾਵਾਂ ਤੇ ਭਟਕਦੇ ਫਿਰਦੇ ਗਰਭ ਜੋਨੀਆਂ 'ਚ। ਜਿਹੜੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੰਨਦੇ ਐ, ਪੂਜਦੇ ਐ, ਉਹਨਾਂ ਦਾ ਲੋਕ ਪਰਲੋਕ ਦੋਵੇਂ ਜਹਾਨ ਸਵਰ ਜਾਂਦੇ। ਗੋਂਦੇ ਖੱਤਰੀ ਦਾ ਟੱਬਰ ਗਿਆ ਬਾਦਸ਼ਾਹ ਦੇ ਕੋਲ ਪੁਕਾਰ ਕਰਨ ਕਿ ਜੀ ਗੋਇੰਦਵਾਲ ਸਾਹਿਬ ਨਗਰ ਸਾਡਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਲਿਖਦੇ ਐ ਵੀ ਬੇਮੁਖ ਹੋ ਕੇ ਗਏ ਤੇ ਉੱਥੇ ਜਾ ਕੇ ਉਹਨਾਂ ਦੀ ਕੀ ਹਾਲਤ ਹੋਈ। ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ। ਉੱਥੇ ਇੱਕ ਨਾ ਲੰਮਾ ਜਿਹਾ ਪੁਸ਼ਾਕ ਬਣਾ ਕੇ ਰੱਖੀ ਹੁੰਦੀ ਹੈ, ਉਹਦੇ 'ਚ ਜੂਆਂ ਪਈਆਂ ਹੁੰਦੀਆਂ, ਮੈਲ ਪਈ ਹੁੰਦੀ ਹੈ। ਜਿਹੜਾ ਆਉਂਦਾ ਉਹ ਪਾ ਕੇ ਪੁਕਾਰ ਕਰਦਾ ਹੁੰਦਾ ਸੀ ਬਾਦਸ਼ਾਹ ਦੇ ਦਰਬਾਰ 'ਚ। ਇਹਨਾਂ ਨੂੰ ਵੀ ਪਾਣਾ ਪਿਆ। ਕਹਿੰਦੇ ਬੇਮੁਖਾਂ ਨੇ ਪਵਾਇਆ। ਹੁਣ ਉਹ ਇੰਨਾ ਗੰਦਾ ਤੇ ਬਦਬੂ ਆਉਂਦੀ ਸੀ ਵੀ ਕੋਈ ਨੇੜੇ ਨਹੀਂ ਸੀ ਬਹਿਣ ਦਿੰਦਾ। ਇਹ ਹਾਲਤ ਕਿਉਂ ਹੋਈ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹਨਾਂ ਦੀ, ਕਿਉਂਕਿ ਉਹ ਗੁਰੂ ਅਮਰਦਾਸ ਸਾਹਿਬ ਤੋਂ ਬੇਮੁਖ ਹੋ ਕੇ ਗਏ ਸੀ। ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਉਹ ਭ੍ਰਸ਼ਟੀਆਂ ਤੇ ਗੰਦੀਆਂ ਥਾਵਾਂ ਤੇ ਭਟਕਦਾ ਭਰਮਦਾ ਹੈ। ਜਿਹੜਾ ਸਤਿਗੁਰਾਂ ਨੂੰ ਮੰਨਦਾ, ਪੂਜਦਾ, ਅਰਾਧਦਾ, ਉਹਦਾ ਹਾਲਤ ਤੇ ਪਲਤ ਲੋਕ ਪਰਲੋਕ ਦੋਵੇਂ ਸਵਰ ਜਾਂਦੇ ਹਨ। ਜਨ ਨਾਨਕ ਕਾ ਵੱਲ ਹੋਆ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਆ ਮੇਰਾ ਸੁਆਮੀ ਮੇਰੇ ਵੱਲ ਹੋ ਗਿਆ। ਜੋ ਹਰੀ ਸੱਜਣ ਹੈ, ਸਾਰਿਆਂ ਨੂੰ ਪੂਰਨੇ ਵਾਲਾ ਹੈ ਔਰ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ। ਉਹਨੇ ਭਿਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ, ਲਾਹਿਓਣ ਸਭਨਾ ਕਿਉ ਮਨੋ ਗੁਮਾਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਲੰਗਰਾਂ ਵਿੱਚ ਲੰਗਰ ਚੱਲਦੇ ਵੇਖ ਕੇ ਸਾਰਾ ਜਹਾਨ ਉਹਨਾਂ ਦੇ ਚਰਨੀ ਆਏ ਪਿਆ ਔਰ ਸਭ ਦੇ ਮਨ ਦਾ ਅਭਿਮਾਨ ਲਾਇਆ। ਜਦੋਂ ਕਿਸੇ ਦੇ ਮਨ 'ਚ ਅਭਿਮਾਨ ਸੀ ਵੀ ਮੈਂ ਬ੍ਰਾਹਮਣ ਹਾਂ, ਮੈਂ ਖੱਤਰੀ ਹਾਂ, ਮੈਂ ਸ਼ੂਦਰ, ਮੈਂ ਵੈਸ਼, ਮੈਂ ਫਲਾਣਾ, ਮੈਂ ਅਮਕਾ, ਆਖਿਆ ਪਹਿਲਾਂ ਬਹੁ ਪੰਗਤ ਵਿੱਚ ਬਰਾਬਰ ਬਹਿ ਕੇ ਛਕੋ ਪ੍ਰਸ਼ਾਦਾ ਤੇ ਫਿਰ ਆਪਣਾ ਅਭਿਮਾਨ ਲਾ ਕੇ ਸਾਡੀ ਸ਼ਰਨ 'ਚ ਆਇਓ। ਪਹਿਲੇ ਪੰਗਤ ਪਾਛੇ ਸੰਗਤ ਦੀ ਗੱਲ ਪ੍ਰਗਟ ਕੀਤੀ। ਮਹਾਰਾਜ ਜੀ ਦੇ ਲੰਗਰਾਂ ਵਿੱਚ ਖੁੱਲੇ ਗੱਫੇ ਵਰਤਦਿਆਂ ਵੇਖ ਕੇ ਲੰਗਰਾਂ ਦੇ ਕਹਿੰਦੇ ਸਾਰਾ ਜਹਾਨ ਸ਼ਰਨ 'ਚ ਆ ਪਿਆ ਮਹਾਰਾਜ ਜੀ ਦੇ ਔਰ ਸਭ ਦੇ ਮਨ ਦਾ ਅਭਿਮਾਨ ਸਤਿਗੁਰੂ ਜੀ ਨੇ ਲਾਹ ਦਿੱਤਾ।